ਇਹ ਉਹੀ ਸੰਵਿਧਾਨ ਹੈ ਜਿਹੜਾ ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਦੱਸਦਾ ਹੈ। ਇਹ ਉਹੀ ਸੰਵਿਧਾਨ ਹੈ ਜਿਸ ਹੇਠ ਜਦੋਂ ਤੁਸੀਂ ਆਪਣਾ ਵਿਆਹ ਕਰਾਉਂਦੇ ਹੋ ਗੁਰੂ ਗ੍ਰੰਥ ਸਾਹਿਬ ਸਾਹਮਣੇ ਤੇ ਤੁਹਾਨੂੰ ਹਿੰਦੂ ਧਰਮ ਦੇ ਹੇਠ ਜਾ ਕੇ ਆਪਣਾ ਸਰਟੀਫਿਕੇਟ ਲੈਣਾ ਪੈਂਦਾ ਹੈ। ਤੁਸੀਂ ਜੇਬਾਂ ਦੇ ਵਿੱਚ ਸਰਟੀਫਿਕੇਟ ਪਾਏ ਹੋਏ ਆ ਹਿੰਦੂ ਧਰਮ ਦੇ। 26 ਜਨਵਰੀ ਆਉਣ ਵਾਲੀ ਹੈ ਜਿਹੜਾ ਇਹਨਾਂ ਦਾ ਮਾਣ ਹੈ ਤਿਰੰਗਾ ਇੰਡੀਆ ਗੇਟ ਦੇ ਉੱਤੇ ਲੱਗਾ। ਆ ਜਾਓ ਸਿੰਘੋ, ਕਰੋ ਗੁਰੂ ਕੋਲ ਅਰਦਾਸ, ਲਾ ਦੋ ਤਿਰੰਗਾ 26 ਜਨਵਰੀ ਨੂੰ ਤੇ ਚੜਾ ਦੋ ਤੁਸੀਂ ਉੱਥੇ ਕੇਸਰੀ ਨਿਸ਼ਾਨ ਸਾਹਿਬ ਤੇ ਖਾਲਿਸਤਾਨ। ਸਿਕਸ ਫॉर ਜਸਟਿਸ ਤੁਹਾਨੂੰ $2.5 ਲੱਖ US ਦੇਵੇਗੀ। ਪੰਨੂ ਸਾਹਿਬ ਇਹੀ ਉਹ ਲਾਲ ਕਿਲ੍ਹਾ ਹੈਗਾ ਜਿਹਦੇ ਤੇ ਝੰਡਾ ਚੜਾਉਣ ਦਾ ਤੁਸੀਂ ਲੱਖ ਰੁਪਇਆ ਤੁਸੀਂ ਇਨਾਮ ਦਿੱਤਾ ਹੈਗਾ ਸੀਗਾ, ਇਨਾਮ ਦੇਣ ਦੀ ਕੋਸ਼ਿਸ਼ ਕਰੀ ਹੈਗੀ ਸੀ। ਔਰ ਮੈਂ ਤੁਹਾਨੂੰ ਕਹਿਣਾ ਹੈਗਾ, ਮੈਂ ਸੁਖੀ ਚਹਿਲ ਅੱਜ ਇੱਥੇ ਲਾਲ ਕਿਲ੍ਹੇ ਦੇ ਸਾਹਮਣੇ ਖੜਾ ਹੋ ਕੇ ਤੁਹਾਨੂੰ ਵੰਗਾਰਦਾ ਹੈਗਾ। ਜੇ ਬੰਦਿਆਂ ਵਾਲੀ ਥੋੜੀ ਮੋਟੀ ਵੀ ਤੁਹਾਡੇ 'ਚ ਜੁਰਤ ਹੈਗੀ ਹੈ, ਹਿੰਮਤ ਹੈਗੀ ਆ, ਮਾਂ ਦੇ ਪੁੱਤ ਹੈਗੇ ਹੋ, ਜਾ ਕੇ ਉੱਥੋਂ ਆ ਜਾ। ਦਿੱਲੀ ਉਤਰਿਆ ਏਅਰਪੋਰਟ ਤੇ ਮੈਂ ਤੈਨੂੰ ਰਿਸੀਵ ਕਰਾਂਗਾ ਹੈਗਾ। ਆ ਇੱਥੇ ਝੰਡਾ ਚੜਾ, ਬੰਦਿਆਂ ਦੇ ਪੁੱਤ ਬਣ ਕੇ ਬੰਦਿਆਂ ਵਾਲੀ ਗੱਲ ਕਰ। 26 ਜਨਵਰੀ ਦੇ ਪ੍ਰੋਗਰਾਮ ਨੂੰ ਸਾਡੇ ਜਿਹੜੇ ਵਿਰੋਧੀ ਨੇ ਉਹਨਾਂ ਨੇ ਇਸ ਤਰ੍ਹਾਂ ਪ੍ਰਚਾਰ ਦਿੱਤਾ ਜਿਵੇਂ ਇਹ ਇੱਕ ਦੇਸ਼ ਦੇ ਉੱਤੇ ਹਮਲਾ ਕਰਨ ਵਾਲਾ ਪ੍ਰੋਗਰਾਮ ਹੋਵੇ। ਉਹਨਾਂ ਦੀ ਨੀਂਦ ਹਰਾਮ ਕਰ ਦਿੱਤੀ ਵਿਰੋਧੀਆਂ ਨੇ ਜਦੋਂ ਇਹ ਕਹਿਣ ਲੱਗ ਪਏ ਬਈ ਲਾਲ ਕਿਲ੍ਹੇ ਤੇ ਝੰਡਾ ਚੜਾਉਣਾ ਹੈ। ਉਹ ਭਲੇ ਮਾਨਸੋ, ਬਗਾਵਤ ਕਰਨ ਆਏ ਆ ਅਸੀਂ ਇੱਥੇ, ਅਸੀਂ ਅੰਦੋਲਨ ਕਰਨ ਆਏ ਆ, ਅਸੀਂ ਕੋਈ ਪੋਲੀਟੀਕਲ ਪਾਰਟੀ ਨਹੀਂ। ਜਿਹੜੀਆਂ ਤਾਕਤਾਂ ਆਪਣੀਆਂ ਰੋਟੀਆਂ ਸੇਕਣੀਆਂ ਚਾਹੁੰਦੀਆਂ, ਰੱਬ ਦਾ ਵਾਸਤਾ ਖਾਲਿਸਤਾਨ ਜਿੱਥੇ ਬਣਾਉਣਾ ਜਾ ਕੇ ਅਮਰੀਕਾ 'ਚ ਬਣਾ ਲਓ। ਇੱਥੇ ਆ ਕੇ ਸਾਡਾ ਅੰਦੋਲਨ ਕਿਸਾਨਾਂ ਦਾ ਅੰਦੋਲਨ ਕਿਸਾਨਾਂ ਦੇ ਹੀ ਰਹਿਣ ਦਿਓ। ਤੁਸੀਂ ਬਹੁਤ ਕੁਝ ਕੀਤਾ, ਸਾਡੇ ਬੱਚਿਆਂ ਨੂੰ ਗੁੰਮਰਾਹ ਕੀਤਾ, ਤੁਸੀਂ ਨਸ਼ੇੜੀ ਕਹਿ ਕੇ ਬਦਨਾਮ ਕੀਤੇ। ਤੁਸੀਂ ਪਹਿਲਾਂ ਆਪਣਾ ਜਿਹੜਾ ਨਾ ਇਤਿਹਾਸ ਦੇਖੋ, ਅਖਬਾਰਾਂ ਪੜ੍ਹੋ, ਨੀਮ ਬੇਹੋਸ਼ੀ ਦੀ ਹਾਲਤ ਤੇ ਡੋਡਿਆਂ 'ਚੋਂ ਬਾਹਰ ਨਿਕਲੋ। ਸਾਡੀ ਇਹ ਜ਼ਿੰਮੇਵਾਰੀ ਹੈ। ਲੋਕਾਂ ਦੇ ਪੁੱਤ ਮਰਵਾਉਣਾ ਸਾਡਾ ਕਤਈ ਕੋਈ ਕੰਮ ਨਹੀਂ, ਫਿਰ ਕੋਈ ਲੀਡਰੀ ਨਹੀਂ। ਮੈਂ ਸਮਝਦਾ ਜੇ ਆਪਣੀ ਲੀਡਰੀ ਚਮਕਾਉਣ ਨੂੰ ਹੀ ਤੁਹਾਨੂੰ ਚੱਕ ਕੇ ਉਂਗਲ ਲਾ ਕੇ ਮਾਹੌਲ ਖਰਾਬ ਕਰਕੇ ਆਪਣੇ ਨੌਜਵਾਨ ਪੁੱਤਰਾਂ ਨੂੰ ਮਰਵਾ ਦੇਣਾ, ਫਿਰ ਬਾਅਦ ਚ ਉਹਦੇ ਤੇ ਆਪਣੀਆਂ ਲੀਡਰੀ ਦੀਆਂ ਰੋਟੀਆਂ ਸੇਕਣੀਆਂ, ਇਹ ਜਿਹੇ ਲਈ ਬਲਬੀਰ ਸਿੰਘ ਰਾਜੇਵਾਲ ਵਰਗੇ ਤਾਂ ਬਿਲਕੁਲ ਤਿਆਰ ਨਹੀਂ। ਕੋਈ ਭਾਵੁਕ ਹੋ ਕੇ ਸਾਡੇ ਵਿੱਚੋਂ ਹੀ ਕੋਈ ਕਹਿ ਗਿਆ ਜਿਹਦੀ ਸਾਨੂੰ ਕੱਲ ਕਲਾਸ ਲਾਉਣੀ ਪੈ ਗਈ, ਭਾਈ ਜੀ ਅਸੀਂ ਪਾਰਲੀਮੈਂਟ ਤੇ ਕਬਜ਼ਾ ਕਰ ਲੈਣੇ। ਅਸੀਂ ਕੱਲ ਉਹਨੂੰ ਪੁੱਛਿਆ ਬਈ ਸਾਨੂੰ ਤਾਂ ਦੱਸ ਦੇ ਕਿਹੜੀ ਮੀਟਿੰਗ 'ਚ ਫੈਸਲਾ ਹੋਇਆ ਤੂੰ ਪਾਰਲੀਮੈਂਟ ਤੇ ਕਬਜ਼ਾ ਕਰਨ ਜਾਣਾ। ਸਾਨੂੰ ਤਾਂ ਦੱਸ ਦਿਓ ਜਿਹੜੇ ਲਾਲ ਕਿਲ੍ਹੇ ਤੇ ਝੰਡਾ ਲਾਉਣ ਵਾਲੇ ਨੇ। ਅਸੀਂ ਤਾਂ ਸਾਰੇ ਜਿਹੜੇ ਦਿਨ ਰਾਤ ਇਸ ਅੰਦੋਲਨ ਦੀ ਬਿਹਤਰੀ ਲਈ ਇਹਦਾ ਭਾਰ ਆਪਣੇ ਦਿਮਾਗ 'ਚ ਲਈ ਫਿਰਦੇ ਹਾਂ, ਜਿਨ੍ਹਾਂ ਨੂੰ ਨੀਂਦ ਵੀ ਨਹੀਂ ਆਉਂਦੀ ਵੀ ਅੱਜ ਸਾਡਾ ਭਾਈਚਾਰਾ ਹੈ, ਇਮਾਨਦਾਰੀ ਦੀ ਗੱਲ ਹੈ। ਮੈਂ ਰੋਜ਼ ਕਹਿਣਾ ਆਪਣੇ ਸਾਥੀਆਂ ਨੂੰ, ਅਸੀਂ ਇੱਥੇ ਜਿੱਤਣ ਲਈ ਆਏ ਹਾਂ, ਹਾਰਨ ਲਈ ਨਹੀਂ। ਔਰ ਮੇਰੀ ਗੱਲ ਯਾਦ ਰੱਖਿਓ, ਜਿੱਦਣ ਇਸ ਅੰਦੋਲਨ ਵਿੱਚ ਹਿੰਸਾ ਆ ਗਈ ਉਸੇ ਦਿਨ ਬੁਰੀ ਤਰ੍ਹਾਂ ਹਾਰ ਜਾਓਗੇ। ਜਦੋਂ ਤੱਕ ਤੁਸੀਂ ਸ਼ਾਂਤਮਈ ਔਰ ਡਿਸਪਲਿਨ ਦਾ ਹੱਥ ਫੜੀ ਰੱਖਿਆ, ਦੁਨੀਆ 'ਚ ਕੋਈ ਜੰਮਿਆ ਨਹੀਂ ਜਿਹੜਾ ਤੁਹਾਨੂੰ ਹਰਾ ਦੇ। ਮੇਰੀਆਂ ਇਹਨਾਂ ਗੱਲਾਂ ਨੂੰ ਇੱਥੋਂ ਜਦੋਂ ਜਾਓਗੇ ਟਰਾਲੀਆਂ 'ਚ ਜਿਹੜੇ ਨਹੀਂ ਆਏ ਉਹਨਾਂ ਨਾਲ ਵੀ ਵਿਚਾਰਿਓ। ਟਰਾਲੀਆਂ ਦੇ ਵਿੱਚ ਬਹੁਤ ਕੁਝ ਹੋ ਰਿਹਾ ਹੈ, ਇੱਥੇ ਜਿਹੜੇ ਸੇਵਾ ਕਰਨ ਲੱਗੇ ਹੋਏ ਨੇ ਉਹਨਾਂ ਵਿੱਚ ਵੀ ਬਹੁਤ ਕੁਝ ਹੋ ਰਿਹਾ, ਬਹੁਤ ਕੁਝ ਉਥਲ ਪਥਲ ਹੈ, ਸਭ ਅੱਛਾ ਨਹੀਂ ਹੈ। ਇਹ ਸਾਰਾ ਤੁਹਾਡੇ ਸਿਰ ਤੇ ਹੋ ਰਿਹਾ। ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਹਾਂ ਤੁਹਾਡਾ ਸੁਖੀ ਚਹਿਲ, ਤੁਸੀਂ ਦੇਖ ਰਹੇ ਹੋ ਦੀ ਖਾਲਸਾ ਟੁਡੇ। ਜਿਵੇਂ ਕਿ ਤੁਸੀਂ ਕੁਝ ਸਮੇਂ ਦੇ ਵਿੱਚ ਦੇਖਿਆ ਹੋਵੇਗਾ ਕਿ ਸਾਡੇ ਅਮਰੀਕਾ ਕੈਨੇਡਾ ਦੇ ਵਿੱਚ ਇੱਕ ਇੱਥੇ ਟੋਲਾ ਤੁਰਿਆ ਫਿਰਦਾ ਹੈਗਾ ਜਿਹੜਾ ਕਿ ਕਿਸਾਨਾਂ ਦੀ ਮੂਵਮੈਂਟ ਜਿਹੜੀ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਸਪੈਸ਼ਲੀ ਅੱਜ ਕੱਲ੍ਹ ਦਿੱਲੀ ਬਾਰਡਰ ਦੇ ਉੱਤੇ ਚੱਲ ਰਹੀ ਹੈਗੀ ਹੈ, ਉਹਦੇ ਵਿੱਚ ਹਮੇਸ਼ਾ ਟੰਗ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਨੇ। ਇਹਨਾਂ ਦਾ ਸਾਰੇ ਇਹਨਾਂ ਦੇ ਲਾਣਾ ਜਿਹੜਾ ਤੁਰਿਆ ਫਿਰਦਾ ਹੈਗਾ ਲਗੌੜ ਜੀ, ਇਹਨਾਂ ਦਾ ਨੇਤਾ ਜੀ ਹੈਗੇ ਨੇ ਮਿਸਟਰ ਪੰਨੂ, ਗੁਰਪਤਵੰਤ ਸਿੰਘ ਪੰਨੂ। ਹੁਣੇ ਪਿਛਲੇ ਕੁਛ ਦਿਨ ਪਹਿਲਾਂ ਇਹ ਕਹਿੰਦੇ ਜੀ $2.5 ਲੱਖ ਮੈਂ ਇਨਾਮ ਦੇਵਾਂਗਾ ਜਿਹੜਾ ਦਿੱਲੀ ਦੇ ਵਿੱਚ ਇੰਡੀਆ ਗੇਟ ਤੇ ਖਾਲਿਸਤਾਨ ਦਾ ਝੰਡਾ ਚੜਾਊਗਾ। ਔਰ ਦੂਜੇ ਪਾਸੇ ਤੁਸੀਂ ਦੇਖ ਹੀ ਲਿਆ ਹੋਵੇਗਾ
ਜਿਹੜੇ ਉੱਥੋਂ ਦੀ ਲੀਡਰਸ਼ਿਪ ਹੈਗੀ ਹੈ, ਕਿਸਾਨਾਂ ਦੀ ਲੀਡਰਸ਼ਿਪ ਹੈਗੀ ਹੈ, ਉਹ ਕਿੰਨੇ ਸਿਆਣੇ, ਸੂਝਵਾਨ, ਸਮਝਦਾਰੀ ਨਾਲ ਉਹ ਕੰਮ ਕਰ ਰਹੇ ਹੈਗੇ ਨੇ। ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਰਹਿ ਕੇ ਗੱਲ ਕਰ ਰਹੇ ਹੈਗੇ ਨੇ, ਸਰਕਾਰ ਦੇ ਨਾਲ ਡਾਇਲੋਗ ਕਰ ਰਹੇ ਹੈਗੇ ਨੇ। ਉਹਨਾਂ ਨੇ ਬੜੀ ਸ਼ਾਂਤੀ ਬਣਾ ਕੇ ਰੱਖੀ ਹੋਈ ਹੈਗੀ ਹੈ। ਔਰ ਦੂਜੇ ਪਾਸੇ ਇਹ ਕਾਕਾ ਜੀ ਕਹਿੰਦੇ $2.5 ਲੱਖ ਦੇਊਂਗਾ, ਇਹਨਾਂ ਦਾ ਝੰਡਾ ਚੜਾ ਦਿਓ। ਇਹਨਾਂ ਨੇ ਮਾਈ ਦੇ ਲਾਲਾਂ ਨੇ ਆਪ ਨਹੀਂ ਜਾਣਾ ਹੈਗਾ ਝੰਡਾ ਚੜਾਉਣ। ਇਹ ਪਹਿਲਾਂ ਵੀ ਕਹਿੰਦੇ ਸੀ ਲਾਲ ਕਿਲੇ ਤੇ ਚੜਾ ਦਿਓ, $1 ਲੱਖ ਦੇਊਂਗਾ। ਉਹ ਵਿਚਾਰੇ 2 ਸ਼ਰੀਫ ਜਿਹੜੇ ਬੱਚੇ ਹੈਗੇ ਸੀਗੇ, ਮੋਗੇ ਚੜਾਇਆ ਹੈਗਾ ਸੀ ਕਿਸੇ ਨੇ ਝੰਡੀ ਇਹਨਾਂ ਦੀ। ਉਹ ਮੁੜ ਕੇ ਅੱਜ ਤੱਕ ਕੋਈ ਉਹਨੇ ਜ਼ਮਾਨਤ ਕਰਾਉਣ ਨਹੀਂ ਗਿਆ ਹੈਗਾ। ਪੰਨੂ ਸਾਹਿਬ ਦਾ ਕੁਛ ਨਹੀਂ ਗਿਆ। ਮਾਵਾਂ ਦੇ ਪੁੱਤ ਮਰਦੇ ਰਹਿਣਗੇ ਹੈਗੇ, ਇਹਨਾਂ ਦੀ ਦੁਕਾਨਦਾਰੀ ਚੱਲਦੀ ਰਹੂਗੀ। ਪੰਨੂ ਸਾਹਿਬ ਤੁਸੀਂ ਇੱਥੇ ਕੀ ਕਰਦੇ ਹੋ? ਧਰਤੀ ਤੇ ਭਾਰ ਹੀ ਹੈ। ਜਾਓ ਉੱਥੇ ਜਾ ਕੇ ਪੰਗਾ ਲਓ ਨਾ, ਗਰਾਊਂਡ ਤੇ ਜਾ ਕੇ ਦੇਖੋ ਰਿਐਲਿਟੀ ਕੀ ਹੈਗੀ ਹੈ। ਇਹਦੇ ਵਿੱਚੋਂ 2-3 ਚੀਜ਼ਾਂ ਪੰਨੂ ਸਾਹਿਬ ਨਿਕਲ ਕੇ ਆਉਂਦੀਆਂ ਨੇ, ਬਹੁਤ ਸੋਹਣੀਆਂ। ਤੁਹਾਨੂੰ ਇਸ ਚੀਜ਼ ਨੂੰ ਥੋੜ੍ਹੀ ਜਿਹੀ ਸ਼ਰਮ ਨੂੰ ਥੋੜ੍ਹੀ ਜਿਹੀ ਹੱਥ ਮਾਰ ਲੈਣਾ ਚਾਹੀਦਾ ਹੈ। ਮੈਂ ਤੁਹਾਡੇ ਵਾਂਗੂ ਕਿਸੇ ਨੂੰ ਗਾਲਾਂ ਨਹੀਂ ਕੱਢਦਾ ਹੈਗਾ। ਔਰ ਤੂੰ ਹੈਗਾ ਚੰਡੀਗੜ੍ਹੀਆ ਜੈਂਕੀ, ਮੈਂ ਹੈਗਾ ਮਾਨਸਾ ਦਾ ਮੁੰਡਾ। ਇਸ ਕਰਕੇ ਜਿਹੜੀ ਗੱਲ ਕਰਨੀ ਹੁੰਦੀ ਹੈ ਨਾ, ਬਾਂਦਰ ਵਾਂਗੂ ਟਪੂਸੀਆਂ ਮਾਰ ਕੇ ਨਹੀਂ ਕਰੀਦੀ ਹੁੰਦੀ, ਸ਼ਾਂਤੀ ਨਾਲ ਕਰੀਦੀ ਹੁੰਦੀ ਹੈਗੀ ਹੈ। ਤੇਰਾ ਇੱਥੇ ਏਅਰ ਕੰਡੀਸ਼ਨ ਕਮਰਿਆਂ ਦੇ ਵਿੱਚ ਬੈਠ ਕੇ ਨਿਊਯਾਰਕ ਦੇ ਵਿੱਚ ਤੈਨੂੰ ਹਵਾ ਦੇ ਵਿੱਚ ਗੱਲਾਂ ਛੱਡੀ ਜਾਣੀਆਂ, ਝੰਡੇ ਚੜਾ ਦਿਓ ਜੀ, ਐਂ ਕਰ ਦਿਓ ਜੀ, ਬਾਹ ਕਰ ਦਿਓ ਜੀ, ਉੱਥੇ $2.5 ਲੱਖ ਦੇ ਦੂੰਗਾ। ਅੱਜ ਤੱਕ ਕਿਸੇ ਨੂੰ ਕੀ ਪੰਜੀ ਦਿੱਤੀ ਹੈਗੀ ਤੂੰ? ਥੋੜ੍ਹੀ ਮੋਟੀ ਬੰਦੇ ਨੂੰ ਸ਼ਰਮ ਹੋਣੀ ਚਾਹੀਦੀ ਹੈਗੀ ਹੈ। ਇੱਕ ਕਹਿੰਦੇ ਅਕਲ ਤੇ ਦੂਜੀ ਦਾੜੀ ਤੇ ਤੀਜੀ ਸ਼ਰਮ। ਜੇ ਤੁਹਾਨੂੰ ਸਹੀ ਉਮਰ ਦੇ ਵਿੱਚ, ਜਵਾਨੀ ਦੇ ਵਿੱਚ ਨਾ ਆਵੇ ਨਾ, ਉਹ ਸਾਰੀ ਉਮਰ ਨਹੀਂ ਆਉਂਦੀ ਹੁੰਦੀ ਹੈਗੀ। ਚੱਲ ਕੀ ਰਿਹਾ, ਤੁਸੀਂ ਕੀ ਕਰ ਰਹੇ ਹੈਗੇ ਹੋ? ਤੁਹਾਡੀ ਕੋਈ ਔਕਾਤ ਨਹੀਂ ਹੈਗੀ। ਉੱਥੇ ਜਿਹੜਾ ਮੋਰਚਾ ਲੱਗਿਆ ਹੋਇਆ ਹੈਗਾ, ਉਹਦੇ ਵਿੱਚ ਤੁਸੀਂ ਪਹਿਲੇ ਦਿਨ ਤੋਂ ਟੰਗ ਫਸਾਉਣ ਦੀ ਕੋਸ਼ਿਸ਼ ਕਰੀ ਹੈਗੀ ਹੈ। ਤੁਹਾਨੂੰ ਆਦਤ ਪੈ ਗਈ ਪੈਸੇ ਦੇ ਕੇ ਖਰੀਦਣ ਦੀ। ਉਹ ਜਿਹੜੇ ਲੋਕੀ ਹੈਗੇ ਨੇ ਉਹ ਵਿਕਾਊ ਨਹੀਂ ਹੈਗੇ, ਤੈਨੂੰ ਹੁਣ ਤੱਕ ਪਤਾ ਹੋਣਾ ਚਾਹੀਦਾ ਹੈ। ਉਹ ਮਾਵਾਂ ਦੇ ਪੁੱਤ ਜਿਹੜੇ ਹੈਗੇ ਨੇ ਉਹ ਨਸ਼ੇੜੀ ਨਹੀਂ ਹੈਗੇ। ਤੂੰ ਅੱਜ ਤੱਕ ਬਦਨਾਮ ਕਰਿਆ ਹੈਗਾ ਉਹਨਾਂ ਨੂੰ। ਉਹ ਨਸ਼ੇੜੀ ਹੈਗੇ ਨੇ, ਉਹ ਕੁਛ ਨਹੀਂ ਕਰ ਸਕਦੇ, ਮੈਂ ਉਹਨਾਂ ਨੂੰ ਆਜ਼ਾਦੀ ਲੈ ਕੇ ਦੇਵਾਂਗਾ। ਉਹ ਦੁਨੀਆ ਦੇਖ ਰਹੀ ਹੈ, ਸਾਰਾ ਦੁਨੀਆ ਦੇਖ ਰਹੀ ਹੈਗੀ ਹੈ। ਉਹਨਾਂ ਨੇ ਮਿਸਾਲ ਕਾਇਮ ਕਰਕੇ ਰੱਖ ਦਿੱਤੀ ਹੈਗੀ ਹੈ। ਔਰ ਤੁਹਾਡੀ ਔਕਾਤ, ਤੁਸੀਂ ਹਲੇ ਵੀ ਮੈਂ $2.5 ਲੱਖ ਦੇ ਦੂੰਗਾ, ਉਹ ਕਰ ਦੂੰਗਾ, ਉਹ ਤੇਰੇ ਮੂੰਹ ਤੇ ਚਪੇੜ ਮਾਰੀ ਹੈਗੀ ਹੈ। ਰਾਜੇਵਾਲ ਸਾਹਿਬ ਨੇ ਜਿਹੜੇ ਬਿਆਨ ਦਿੱਤੇ ਹੈਗੇ ਨੇ, ਜੋ ਵੀਡੀਓ ਪਾਈ ਹੈਗੀ ਹੈ, ਉਹ ਤੁਹਾਡੇ ਲਈ ਮੈਸੇਜ ਹੈਗਾ ਵੀ ਜਿਹੜਾ ਤੁਸੀਂ ਖਾਲਿਸਤਾਨ ਬਣਾਉਣਾ ਨਾ, ਅਮਰੀਕਾ 'ਚ ਬਣਾ ਲਓ, ਉੱਤੇ ਇੰਟਰਫੀਅਰ ਨਾ ਕਰੋ। ਔਰ ਜਿਹੜਾ ਵੀ ਉੱਥੇ ਇੱਕ ਮੀਡੀਆ ਦਾ ਸੈਕਸ਼ਨ ਹੈਗਾ, ਇੱਕ ਸੈਕਸ਼ਨ ਜਿਹੜਾ ਹੈਗਾ, ਉਹ ਇਹੀ ਕੁਛ ਚਾਹੁੰਦਾ ਜੋ ਤੁਸੀਂ ਕਰ ਰਹੇ ਹੈਗੇ ਹੋ। ਹੁਣ ਇਹ ਨਹੀਂ ਪਤਾ ਚੱਲਦਾ ਹੈਗਾ ਤੁਸੀਂ ਕਰਨਾ ਕੀ ਚਾਹੁੰਦੇ ਹੋ ਤੇ ਕਿਹਦੇ ਲਈ ਕੀ ਕੰਮ ਕਰ ਰਹੇ ਹੈਗੇ ਹੋ। ਕਿਸਾਨਾਂ ਦੀ ਪੀਸਫੁਲ ਮੂਵਮੈਂਟ, ਮਾਵਾਂ ਦੇ ਪੁੱਤ ਬੈਠੇ ਨੇ, ਸਾਡੀਆਂ ਮਾਵਾਂ ਬੈਠੀਆਂ ਨੇ, ਭੈਣਾਂ ਬੈਠੀਆਂ ਹੈਗੇ ਨੇ, ਬੀਬੀਆਂ ਬੈਠੀਆਂ ਨੇ, ਬਜ਼ੁਰਗ ਬੈਠੇ ਹੈਗੇ ਨੇ। ਉਹ ਸ਼ਾਂਤੀ ਨਾਲ ਆਪਣੇ ਮੁਲਕ ਦੇ ਵਿੱਚ ਆਪਣੀ ਸਰਕਾਰ ਦੇ ਨਾਲ ਗੱਲ ਵੀ ਕਰ ਰਹੇ ਹੈਗੇ ਨੇ। ਉਹਨਾਂ ਦਾ ਇੰਟਰਨਲ ਮੈਟਰ ਹੈਗਾ। ਤੁਸੀਂ ਜਾ ਕੇ ਇੱਥੇ ਬੈਠ ਕੇ ਲੰਬੀਆਂ ਲੰਬੀਆਂ ਟਾਰਾਂ ਮਾਰੀ ਜਾਣੀਆਂ, ਐਂ ਕਰ ਦਿਓ, ਬਾਹ ਕਰ ਦਿਓ, ਫਲਾਨਾ ਕਰ ਦਿਓ। ਝੰਡਾ ਚੜਾਉਣਾ ਪੰਨੂ ਸਾਹਿਬ, ਰਾਵਲਪਿੰਡੀ ਜਾਓ, ਉੱਥੇ ਜਾਓ ਲਾਹੌਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਕਿਲੇ ਦੇ ਉੱਤੇ ਝੰਡਾ ਚੜਾਓ, ਜਮਰੌਦ ਦੇ ਕਿਲੇ ਤੇ ਝੰਡਾ ਚੜਾਓ, ਹਰੀ ਸਿੰਘ ਨਲੂਏ ਦੇ ਕਿਲੇ ਦੇ ਉੱਤੇ ਝੰਡਾ ਚੜਾਓ। ਉੱਥੇ ਜਾਓ, ਨਾਲੇ ਜੋ ਸਾਡੀਆਂ ਧੀਆਂ ਭੈਣਾਂ ਨਾਲ ਉੱਥੇ ਜੋ ਹੋ ਰਿਹਾ ਨਾ, ਉਹਦੇ ਬਾਰੇ ਕੋਈ ਗੱਲ ਕਰੋ। ਇੱਥੇ ਬੈਠ ਕੇ ਸ਼ੁਣਸ਼ਣਾ ਖੜਕਾਈ ਜਾਣਾ, ਚਾਦਰ ਵਿਛਾ ਲਈ, ਪੈਸੇ ਇਕੱਠੇ ਕਰੀ ਜਾਣਾ ਹੈਗਾ, ਦਰਫਿਟੇ ਮੂੰਹ ਤੁਹਾਡੇ ਇਹੋ ਜਿਹੇ ਲੋਕਾਂ ਦੇ। ਸ਼ਰਮ ਕਰੋ। ਸਾਰੀ ਸਿੱਖ ਕੌਮ, ਸਾਰੀ ਦੁਨੀਆ ਉਹਨਾਂ ਦੇ ਕਿਸਾਨਾਂ ਦੇ ਨਾਲ ਹੈਗੀ ਹੈ, ਔਰ ਤੁਸੀਂ ਫੇਰ ਉਹੀ ਟੰਗ ਅੜਾਉਣੀ ਹੈਗੀ ਹੈ। ਇੱਥੋਂ ਮਿਸਾਲ ਪੈਦਾ ਹੁੰਦੀ ਹੈਗੀ ਹੈ। ਇਹ ਤੁਹਾਡੀ ਮਜਬੂਰੀ, ਕਿਉਂਕਿ ਤੁਸੀਂ ਇੱਥੋਂ ਐਕਸਪੋਜ਼ ਹੋ ਰਹੇ ਹੈਗੇ ਹੋ। ਇੱਥੋਂ ਤੁਸੀਂ ਕਹਿੰਦੇ ਸੀ ਉਹ ਗੁਲਾਮ ਨੇ, ਉਹ ਲੋਕੀ ਗੁਲਾਮ ਨਹੀਂ ਹੋ ਸਕਦੇ ਹੈਗੇ। ਜਿਹੜੀ ਐਡੀ ਵੱਡੀ ਮੂਵਮੈਂਟ ਖੜੀ ਕਰ ਸਕਦੇ ਨੇ, ਉਹ ਕਦੇ ਗੁਲਾਮ ਨਹੀਂ ਹੋ ਸਕਦੇ ਹੈਗੇ। ਦੂਜੀ ਗੱਲ, ਤੂੰ ਹਮੇਸ਼ਾ ਹਿੰਦੂ ਤੇ ਸਿੱਖਾਂ ਦੇ ਵਿਚਕਾਰ ਪੌੜਾ ਪਾਉਣ ਦੀ ਕੋਸ਼ਿਸ਼ ਕਰੀ ਹੈਗੀ ਹੈ। ਹਰ ਇੱਕ ਵੀਡੀਓ ਦੇ ਵਿੱਚ ਹਿੰਦੂ 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 ਇੱਦਾਂ ਕਰਦਾ ਹੈਗਾ, ਤਾਂ ਜੋ ਅਸੀਂ ਉਹਦੇ ਵਿੱਚ ਖਟਾਸ ਪੈਦਾ ਕਰੀਏ। ਔਰ ਤੈਨੂੰ ਪਤਾ ਹੋਣਾ ਚਾਹੀਦਾ ਕਾਕਾ ਜੀ,
ਜੇਕਰ ਮੂਵਮੈਂਟ ਪੰਜਾਬ ਤੋਂ ਸ਼ੁਰੂ ਹੋਈ ਹੈਗੀ ਹੈ, ਪੰਜਾਬੀਆਂ ਨੇ ਸ਼ੁਰੂ ਕਰੀ ਹੈਗੀ ਹੈ, ਉਹ ਇਕੱਲੀ ਸਿੱਖਾਂ ਦੀ ਮੂਵਮੈਂਟ ਨਹੀਂ ਹੈਗੀ, ਉਹ ਹਿੰਦੂਆਂ ਦੀ ਵੀ ਉਨੀ ਮੂਵਮੈਂਟ ਹੈਗੀ ਹੈ। ਜਿਹੜੇ ਹਰਿਆਣੇ ਦੇ ਕਿਸਾਨ ਹੈਗੇ ਨੇ, ਜਿਹੜੇ ਯੂਪੀ ਦੇ ਕਿਸਾਨ ਹੈਗੇ ਨੇ, ਉਹ ਸਾਰੇ ਸਰਦਾਰ ਨਹੀਂ ਹੈਗੇ, ਉਹ ਸਾਰੇ ਸਿੱਖ ਨਹੀਂ ਹੈਗੇ। ਉਹ ਫਿਰ ਵੀ ਉਹਨਾਂ ਨੇ ਰਲ ਮਿਲ ਕੇ ਕਿਵੇਂ ਮੂਵਮੈਂਟ ਚਲਾ ਰਹੇ ਹੈਗੇ ਨੇ। ਇਸ ਮੂਵਮੈਂਟ ਦੇ ਵਿੱਚੋਂ ਹਿੰਦੂ ਔਰ ਸਿੱਖ ਯੂਨਿਟੀ ਵੀ ਬਹੁਤ ਅੱਛੀ ਰਿਫਲੈਕਸ਼ਨ ਆ ਰਹੀ ਹੈਗੀ ਹੈ। ਤੁਹਾਡੇ ਵਾਂਗੂ ਤੁਸੀਂ ਉੱਥੇ ਜਾ ਕੇ ਜੁਰਤ ਨਹੀਂ ਕਰ ਸਕਦੇ ਹੈਗੇ, ਤੂੰ ਉੱਥੇ ਜਾ ਕੇ ਦਿੱਲੀ ਵੜ ਨਹੀਂ ਸਕਦਾ ਹੈਗਾ, ਤੂੰ ਉੱਥੇ ਝੰਡੇ ਚੜਾਉਣ ਨੂੰ ਫਿਰਦਾ ਹੈਗਾ। ਮੈਂ 1.25 ਮਹੀਨਾ ਲਗਾ ਕੇ ਆਇਆ ਹੈਗਾ, ਤੂੰ ਜਾ ਕੇ ਦਿਖਾ, ਉੱਥੇ 2 ਘੰਟੇ ਜਾ ਕੇ ਦਿਖਾ। ਤੇਰੀਆਂ 927 ਤਾਂ ਸਾਰੀਆਂ ਵੋਟਾਂ ਪਈਆਂ ਹੈਗੀਆਂ ਨੇ ਇੱਥੇ ਅਮਰੀਕਾ ਦੇ ਵਿੱਚ, ਜਿਹੜੀਆਂ ਬੜੀਆਂ ਹੈਗੀਆਂ ਨੇ ਤੇਰੀਆਂ ਰੈਫਰੈਂਡਮ ਦੀਆਂ। ਡੈਸਪਰੇਸ਼ਨ ਤਾਂ ਤੈਨੂੰ ਉਹ ਹੈਗੀ ਹੈ, ਤੇਰੀ ਪਿੱਛੋਂ ਕੋਈ ਬਾਂਹ ਮਰੋੜਦਾ, ਹੁਣ ਤੂੰ ਟੱਪੀ ਜਾ। ਮਾਵਾਂ ਦੇ ਪੁੱਤ ਮਰਵਾਏਂਗਾ, ਤੇਰੀਆਂ ਜਿਹੜੀ ਇਹ ਔਕਾਤ ਹੈਗੀ ਹੈ, ਤੈਨੂੰ ਕੁਛ ਨਹੀਂ ਹੋਣਾ ਹੈਗਾ। ਤੂੰ ਇੱਥੇ ਆਪਣੀ ਜਿਹੜੇ ਚੰਗੇ ਮਹਿਲਾਂ ਦੇ ਵਿੱਚ ਰਹਿ ਰਿਹਾ ਹੈਗਾ, ਚੰਗੇ ਘਰਾਂ ਦੇ ਵਿੱਚ ਰਹਿ ਰਿਹਾ ਹੈਗਾ, ਚੰਗੀਆਂ ਕਾਰਾਂ 'ਚ ਘੁੰਮ ਕਰਦਾ, ਤੇਰੇ ਸਾਰਾ ਕੁਛ ਤੇਰਾ ਠੀਕ ਹੈਗਾ। ਲੋਕਾਂ ਦੇ ਬੱਚਿਆਂ ਨੂੰ ਤੂੰ ਰੈਡੀਕਲਾਈਜ਼ ਕਰ ਰਿਹਾ ਹੈਗਾ, ਪੁੱਠੇ ਰਾਹ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ। ਕਿਸੇ ਨੂੰ 2.5 ਲੱਖ ਦੇਣ ਦੀ ਬਜਾਏ ਤੂੰ ਆਪ ਉੱਥੇ ਮਰ ਜਾ ਕੇ ਝੰਡਾ ਆਪ ਚੜਾ ਨਾ। ਉਹ ਸਰਕਾਰ ਤੈਨੂੰ ਚਾਹੇ ਕੋਈ ਕੁਛ ਨਾ ਕਹੇ, ਪਰ ਮੈਨੂੰ ਇੰਨਾ ਯਕੀਨ ਹੈ ਜਿਹੜੇ ਪੰਜਾਬ ਦੇ ਕਿਸਾਨ ਨੇ ਨਾ ਤੇਰੇ ਤੋਂ ਇੰਨੇ ਕੁ ਦੁਖੀ ਬੈਠੇ ਹੈਗੇ ਨੇ, ਤੈਨੂੰ ਟਰੈਕਟਰਾਂ ਦੇ ਪਿੱਛੇ ਟੋਚਨ ਪਾ ਕੇ ਤੈਨੂੰ ਖਿੱਚਣਗੇ। ਉਹ ਤੇਰਾ ਉਹ ਹਾਲ ਕਰਨਗੇ ਹੈਗੇ। ਤੈਨੂੰ ਸ਼ੰਭੂ ਬਾਰਡਰ ਤੋਂ ਲੈ ਕੇ ਨਾ ਤੈਨੂੰ ਟਿੱਕਰੀ ਬਾਰਡਰ ਤੇ, ਕਦੇ ਸਿੰਘੂ ਬਾਰਡਰ ਤੇ ਤੈਨੂੰ ਟਰੈਕਟਰ ਦੇ ਪਿੱਛੇ ਪਾ ਕੇ ਉਹ ਖਿੱਚਣਗੇ। ਜੋ ਤੈਨੂੰ ਉੱਥੇ ਰਿਪੋਰਟ ਮਿਲਦੀ ਹੈਗੀ ਆ, ਉਹ ਲੋਕੀ ਇੰਨੇ ਕੁ ਦੁਖੀ ਹੈਗੇ ਨੇ ਤੁਹਾਡੀ ਜਿਹੜੀ ਤੁਸੀਂ ਔਕਾਤ ਜੋ ਤੁਸੀਂ ਦਿਖਾ ਰਹੇ ਹੈਗੇ ਹੋ। ਇੱਥੇ ਸਾਡੇ ਲੋਕਾਂ ਦੀ ਮਿਹਨਤ ਹੈਗੀ ਹੈ, 99% ਲੋਕਾਂ ਦੀ ਜਿਹੜੀ ਬਾਹਰ ਬੈਠਿਆਂ ਦੀ ਮਿਹਨਤ ਹੈਗੀ ਹੈ, ਉਹਨੂੰ ਤੁਹਾਡੀ ਜਿਹੜੀ 1% ਲਗੌੜ ਹੈਗੀ ਹੈ ਉਹ ਤੇ ਪਾਣੀ ਪਾ ਰਹੀ ਹੈਗੀ ਹੈ। ਇਹ ਸਾਡੀ ਮਿਹਨਤ ਮੁਸ਼ੱਕਤ ਦੇ ਕਰਕੇ ਦੇਖ, ਸਿੱਖਾਂ ਦਾ ਨਾਂ ਕਿੱਥੇ ਹੈਗਾ, ਪੰਜਾਬੀਆਂ ਦਾ ਨਾਂ ਕਿੱਥੇ ਹੈਗਾ। ਔਰ ਤੇਰੀ ਇੱਕ ਕਰਤੂਤ ਹੈਗੀ ਹੈ, ਹਮੇਸ਼ਾ ਕੋਈ ਚੱਜ ਦੀ ਗੱਲ ਨਹੀਂ ਕਰਨੀ ਹੈਗੀ। ਜਿੱਦਾਂ ਵੀ ਕਰਨਾ ਹੈ ਸੁੱਤਾ ਉੱਠ ਕੇ ਬਸ ਉਹੀ ਇੱਕ ਤੈਨੂੰ ਜਿਵੇਂ ਉਬੜਵਾਇਆ ਹੁੰਦਾ ਹੈਗਾ, ਜਵਾਕ ਉੱਠਿਆ ਹੁੰਦਾ ਹੈਗਾ, ਟਪੂਸੀਆਂ ਮਾਰ ਕੇ ਐਂ ਕਰ ਦੋ, ਵਾਹ ਕਰ ਦੋ। ਦਰਫਿਟੇ ਮੂੰਹ ਤੁਹਾਡੇ। ਕਿਸੇ ਦੀ ਮੂਵਮੈਂਟ ਨੂੰ ਹਾਈਜੈਕ ਕਰਨਾ ਇਹ ਤੁਹਾਡਾ ਅੱਜ ਦਾ ਨਹੀਂ, ਤੁਹਾਡਾ ਬਹੁਤ ਪੁਰਾਣੀ ਆਦਤ ਹੈ। ਪਹਿਲਾਂ ਤੁਸੀਂ 84 ਦੇ ਉੱਤੇ ਚਾਦਰ ਵਿਛਾਈ ਹੈਗੀ, ਉਹਨੂੰ ਭੜਕਾ ਕੇ ਮੈਂ ਇਹ ਕਰ ਦੂੰਗਾ, ਮੈਂ ਬਾਹ ਕਰ ਦੂੰਗਾ। ਕੀ ਕਰਿਆ ਹੈਗਾ ਕਾਕਾ ਜੀ? ਅੱਜ ਤੱਕ ਇੱਕ ਦੱਸਦੇ ਹੈਗੇ ਤੇਰੀ ਇੱਕ ਕੰਟਰੀਬਿਊਸ਼ਨ ਹੋਵੇ। ਮੈਂ ਖਾਲਿਸਤਾਨ ਬਣਾ ਕੇ ਦੇਣਾ, ਉਹ ਤੈਨੂੰ ਦੇ ਦਿੱਤਾ ਰਾਜੇਵਾਲ ਸਾਹਿਬ ਨੇ। ਬਲਵੀਰ ਸਿੰਘ ਰਾਜੇਵਾਲ ਦੀ ਸੁਣ ਲਈ ਹੋਣੀ ਤੂੰ ਇੰਟਰਵਿਊ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈਗੀ ਹੈ। ਉਹਨਾਂ ਬਜ਼ੁਰਗਾਂ ਨੂੰ ਸਪੈਸ਼ਲ ਬਿਆਨ ਦੇਣੇ ਪੈ ਰਹੇ ਹੈਗੇ ਨੇ ਵੀ ਆਹ ਜਿਹੜਾ ਖਾਲਿਸਤਾਨ ਬਣਾਉਣਾ ਹੈ ਉਹ ਬਣਾ ਲਿਆ, ਹੁਣ ਅਮਰੀਕਾ 'ਚ ਬਣਾ ਲਿਆ ਹੈਗਾ। ਉਹਨਾਂ ਨੇ ਜਿਹੜੀ ਮੂਵਮੈਂਟ ਖੜੀ ਕਰੀ ਹੈਗੀ ਹੈ ਨਾ, ਉਹ ਅੱਜ ਤੱਕ ਕਿੰਨੇ ਮਹੀਨਿਆਂ ਤੋਂ ਪੀਸਫੁਲ ਚੱਲ ਰਹੀ ਹੈਗੀ ਹੈ। ਆ ਨਿਊਯਾਰਕ ਬੈਠਿਆ, ਤੈਨੂੰ ਪਤਾ ਹੋਣਾ ਚਾਹੀਦਾ ਵਾਸ਼ਿੰਗਟਨ DC ਦੇ ਵਿੱਚ ਕੀ ਹੋਇਆ ਹੈਗਾ। ਤੈਨੂੰ ਪਤਾ ਹੋਣਾ ਚਾਹੀਦਾ ਵੀ ਬਲੈਕ ਲਾਈਵਸ ਮੂਵਮੈਂਟ ਦੇ ਵਿੱਚ ਤੇਰੇ ਨਿਊਯਾਰਕ ਦੇ ਵਿੱਚ ਕੀ ਹੋਇਆ ਹੈਗਾ। ਇੰਨਾ ਦੰਗਾ ਫਸਾਦ, ਲੁੱਟ ਮਾਰ ਸਾਰਾ ਕੁਝ ਹੋਇਆ ਹੈਗਾ। ਉਹ ਦੂਜੇ ਪਾਸੇ ਦੇਖੋ ਕਿਸਾਨਾਂ ਦੀ, ਸਲੂਟ ਕਰਨਾ ਚਾਹੀਦਾ ਹੈ। ਇਹ ਪੰਜਾਬੀਆਂ ਦਾ ਜਜ਼ਬਾ ਹੈਗਾ। ਤੂੰ ਪੰਜਾਬ 'ਚ ਕਦੇ ਰਿਹਾ ਨਹੀਂ, ਚੰਡੀਗੜ੍ਹ ਦੇ ਵਿੱਚ ਰਹਿ ਕੇ ਜ਼ਰੂਰੀ ਨਹੀਂ ਹੈਗਾ ਵੀ ਸਾਰਾ ਤੈਨੂੰ ਪੰਜਾਬ ਬਾਰੇ, ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਬਾਰੇ ਪਤਾ ਚੱਲੇ। ਕਦੇ ਸਾਡੇ ਪਿੰਡਾਂ 'ਚ ਜਾ ਕੇ ਰਹਿ ਕੇ ਦੇਖ, 2-4 ਮਹੀਨੇ ਤੈਨੂੰ ਪਤਾ ਚੱਲ ਜੂਗਾ ਹੈਗਾ। ਖੁੰਡੇ ਵਾਲੇ ਜਿਹੜੇ ਬਾਬੇ ਹੈਗੇ ਨੇ, ਉਹਨਾਂ ਦੇ ਕੋਲੇ ਪਿੱਪਲਾਂ ਥੱਲੇ ਬੈਠ ਜਾ ਕੇ ਤੈਨੂੰ ਪਤਾ ਚੱਲੂਗਾ ਰਿਐਲਿਟੀ ਕੀ ਹੈਗੀ ਹੈ। ਮੂੰਹ ਚੱਕ ਕੇ ਬਿਆਨ ਦੇਤਾ, ਐਂ ਕਰ ਦੋ, ਵਾਹ ਕਰ ਦੋ। ਸੰਭਲ ਜੋ। ਸਿੱਖਾਂ ਦੀ ਇੱਜ਼ਤ ਬਹੁਤ ਹੈ, ਬਹੁਤ ਮਿਹਨਤ, ਬਹੁਤ ਖੂਨ ਡੁੱਲਿਆ ਹੈ। ਇਹਨੂੰ ਬਰਕਰਾਰ ਰੱਖੋ। ਆ ਜਿਹੜੀਆਂ ਘਟੀਆਂ ਹਰਕਤਾਂ ਨੇ ਹੈਗੀਆਂ, ਕਿਸੇ ਦੇ ਪਿੱਛੇ ਲੱਗ ਕੇ ਇਹ ਮਿੱਟੀ ਪਲੀਤ ਨਾ ਕਰੋ ਮਹਾਰਾਜ, ਨਾ ਕਰੋ। ਇਹ ਤੁਹਾਨੂੰ ਇਹ ਦੇਣੀਆਂ ਪੈਣਗੀਆਂ ਹੈਗੀਆਂ। ਜੇ ਕੋਈ ਨਹੀਂ ਬੋਲਿਆ ਹੈਗਾ ਨਾ, ਉਹਨਾਂ ਲੋਕਾਂ ਦੀ ਸਿਆਣਪ ਹੈ। ਜਿਵੇਂ ਉੱਥੇ ਲੀਡਰ ਅੱਜ ਕੱਲ੍ਹ ਖੁੱਡੇ ਲਾਈਨ ਲਾਈ ਪਏ ਹੈਗੇ ਨੇ ਨਾ,
ਇੱਥੇ ਵੀ ਬਥੇਰੇ ਤੁਹਾਡੇ ਮਾਈ ਦੇ ਪੁੱਤ ਬਹੁਤ ਰਹਿੰਦੇ ਹੈਗੇ ਨੇ ਅਮਰੀਕਾ ਕੈਨੇਡਾ 'ਚ ਵੀ, ਜੋ ਤੁਹਾਡੇ ਤੋਂ ਸੱਤੇ ਬੈਠੇ ਹੈਗੇ ਨੇ। ਉਹ ਦੂਰ ਨਹੀਂ ਹੋਏਗਾ, ਉਹਨਾਂ ਨੇ ਵੀ ਆ ਕੇ ਤੁਹਾਨੂੰ ਪੁੱਛਣਾ ਹੈਗਾ, ਕਾਕਾ ਜੀ ਆਓ, ਤੇਰਾ ਬਣਾਈਏ ਤੇਰਾ ਖਾਲਿਸਤਾਨ। ਪਾਕਿਸਤਾਨ ਦੇ ਵਿੱਚ ਜਾਓ ਨਾ ਮਹਾਰਾਜ, ਚਾਈਨਾ ਦੇ ਵਿੱਚ ਜਾਓ, ਤੁਹਾਨੂੰ ਇੰਨੀ ਸ਼ੌਕ ਹੈ ਹਿਊਮਨ ਰਾਈਟਸ ਦਾ। ਉੱਥੇ 3 ਲੱਖ ਜਿਹੜਾ ਹੈਗਾ ਵੀਗਰ ਮੁਸਲਮਾਨ ਚਾਈਨਾ ਨੇ ਉੱਥੇ ਕੰਸੈਂਟ੍ਰੇਸ਼ਨ ਕੈਂਪਾਂ ਦੇ ਵਿੱਚ ਪਾਇਆ ਹੋਇਆ ਹੈਗਾ। ਉਹਨਾਂ ਦੀ ਜੈਨੋਸਾਈਡ ਚੱਲ ਰਹੀ ਹੈਗੀ ਹੈ। ਉਹਨਾਂ ਦੀਆਂ ਧੀਆਂ ਭੈਣਾਂ ਨਾਲ ਕੀ ਹੋ ਰਿਹਾ ਹੈਗਾ, ਮੁਸਲਮਾਨ ਨੇ ਉਹ ਸਾਰੇ, ਉਹਨਾਂ ਬਾਰੇ ਆਵਾਜ਼ ਉਠਾਓ ਜਾ ਕੇ। ਪਾਕਿਸਤਾਨ ਦੇ ਅੰਦਰ ਕੀ ਹੋ ਰਿਹਾ ਹੈਗਾ, ਉਹਨਾਂ ਬਾਰੇ ਆਵਾਜ਼ ਉਠਾਓ। ਅਫਗਾਨਿਸਤਾਨ ਦੇ ਸਿੱਖਾਂ ਨਾਲ ਕੀ ਨਹੀਂ ਹੋਇਆ ਹੈਗਾ, ਉਹਨਾਂ ਬਾਰੇ ਆਵਾਜ਼ ਉਠਾਓ। ਉਹਨਾਂ ਨੂੰ ਅੱਜ ਹਿੰਦੁਸਤਾਨ ਦੇ ਵਿੱਚ ਉਹ ਹਿੰਦੁਸਤਾਨ ਨਹੀਂ ਉਹਨਾਂ ਨੂੰ ਉੱਥੇ ਐਕਸੈਪਟ ਕਰਿਆ ਹੈਗਾ। ਤੁਹਾਡੇ ਪਿੱਛੇ ਲੱਗਦੇ ਤਾਂ ਪਾਕਿਸਤਾਨ ਦੇ ਵਿੱਚ ਬਲੀ ਦਾ ਬੱਕਰਾ ਬਣਾ ਦੇਣਾ ਹੈਗਾ ਸੀਗਾ ਉਹਨਾਂ ਨੂੰ। ਕੋਈ ਚੱਜ ਦੀ ਕੋਈ ਦੱਸੋ, ਉੱਥੇ ਇੰਨੀਆਂ ਆਰਗੇਨਾਈਜੇਸ਼ਨ ਹੈਗੀਆਂ ਨੇ ਜਿਹੜੀਆਂ ਚੰਗਾ ਕੰਮ ਕਰ ਰਹੀਆਂ ਹੈਗੀਆਂ ਨੇ। ਲੋਕਾਂ ਨੇ ਲੰਗਰ ਲਾ ਕੇ ਸਾਰੇ ਦੁਨੀਆ ਤੇ ਨਾਂ ਬਣਾਇਆ ਹੈਗਾ। ਔਰ ਤੂੰ ਉੱਥੇ ਜਿੱਥੇ ਵੀ ਮੈਂ 1 ਲੱਖ ਦੇ ਦੂੰਗਾ, ਮੈਂ 50,000 ਦੇ ਦੂੰਗਾ, ਮੈਂ 5,000 ਦੇ ਦੂੰਗਾ, ਐਂ ਕਰ ਦੂੰਗਾ, ਬਾਹ ਕਰ ਦੂੰਗਾ। ਦੁੱਖ ਆਉਂਦਾ ਹੈਗਾ। ਪਰਮਾਤਮਾ ਤੁਹਾਨੂੰ ਸਮਤ ਬਖਸ਼ੇ। ਆਪ ਨੰਗ ਬਾਪ ਨੰਗ, ਤੀਜੇ ਨੰਗ ਨਾਨਕੇ, ਨੰਗਾ ਘਰ ਨੰਗ ਆਏ, ਸਵਾ ਲਿਆਏ ਛਾਣ ਕੇ। ਉਹ ਜਿਹੜੇ ਪਾਕਿਸਤਾਨ ਵਾਲੇ ਨੇ ਨਾ, ਉਹ ਸਾਡੇ ਟੈਕਸ ਪੇਅਰ ਦੇ ਟੁਕੜਿਆਂ ਤੇ ਜਿਉਂਦੇ ਹੈਗੇ ਨੇ। ਉਹ ਕਿਸੇ ਦਾ ਕੀ ਸਮਾਰ ਦੇਣਗੇ। ਥੋੜਾ ਜਿਹਾ ਮੰਜੇ ਥੱਲੇ ਝਾਤੀ ਮਾਰੋ, ਆਪਣੇ ਮੰਜੇ ਥੱਲੇ ਸੋਟੀ ਮਾਰ ਲਈਦੀ ਹੁੰਦੀ ਆ, ਟਪੂਸੀਆਂ ਮਾਰ ਘੱਟ ਮਾਰਿਆ ਕਰੋ। ਨਾ ਵਿਗਾੜਾ ਪਾਓ। ਸਾਡੇ ਜਵਾਕਾਂ ਨੇ ਇੱਥੇ ਸਾਰੀ ਕਮਿਊਨਿਟੀ ਦੇ ਨਾਲ ਰਹਿਣਾ ਹੈ। ਉਹਨਾਂ ਨੇ ਹਿੰਦੂਆਂ ਦੇ ਨਾਲ ਵੀ ਰਹਿਣਾ, ਉਹਨਾਂ ਨੇ ਬਾਕੀ ਕਮਿਊਨਿਟੀ ਨਾਲ ਵੀ ਰਹਿਣਾ ਹੈਗਾ। ਦੇਖ ਲਓ ਉਹਨਾਂ ਲੋਕਾਂ ਦੀ ਕੀ ਪ੍ਰੋਗਰੈਸ ਹੈਗੀ ਹੈ। ਔਰ ਕੋਈ ਚੱਜ ਦਾ ਕੰਮ ਕਮਿਊਨਿਟੀ ਦੇ ਲਈ ਇੱਕ ਕੰਮ ਦੱਸ ਦਿਓ, ਕੋਈ ਬੱਚਿਆਂ ਦੀ ਐਜੂਕੇਸ਼ਨ ਦਾ, ਕਿਸੇ ਵੀ ਕੋਈ ਸੁਸਾਇਟੀ ਦੇ ਲਈ, ਕਮਿਊਨਿਟੀ ਲਈ ਕੋਈ ਅੱਜ ਇੱਕ ਵੀ ਚੱਜ ਦਾ ਕੰਮ ਦੱਸ ਦਿਓ। ਜਦੋਂ ਵੀ ਕਰਨਾ ਹੈ ਬਸ ਜ਼ਹਿਰ ਘੋਲਣੀ ਹੈ ਉਹਦੇ ਵਿੱਚ। ਪੰਨੂ ਸਾਹਿਬ, ਪਰਮਾਤਮਾ ਦੇਖਦਾ, ਤੁਹਾਨੂੰ ਵੀ ਪਤਾ ਤੁਸੀਂ ਗਲਤ ਕਰ ਰਹੇ ਹੋ। ਬਹੁਤ ਮਿਹਨਤ ਨਾਲ, ਸਿੱਖ ਕੌਮ ਦੀ ਬਹੁਤ ਮਿਹਨਤ ਹੈ। ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਰੈਡੀਕਲਾਈਜ਼ ਨਾ ਕਰੋ, ਸਿੱਖੀ ਦਾ ਘਾਣ ਨਾ ਕਰੋ, ਇਹ ਪੱਗ ਨੂੰ ਦਾਗ ਨਾ ਲੱਗਣ ਦਿਓ। ਬਹੁਤ ਮਿਹਨਤ ਕਰਕੇ ਇੱਥੇ ਤੱਕ ਪਹੁੰਚੇ ਹੈਗੇ ਆ। ਤੁਹਾਡੀ ਵਜ੍ਹਾ ਕਰਕੇ ਕਿਸੇ ਨੇ ਕਰਤੂਤ ਇੱਦਾਂ ਦਾ ਗਲਤ ਕੰਮ ਕਰ ਦਿੱਤਾ ਹੈਗਾ, ਸਾਰੀ ਉਮਰ ਦਿੰਦੇ ਰਹਾਂਗੇ। ਪਰਮਾਤਮਾ ਤੁਹਾਨੂੰ ਸਮਤ ਬਖਸ਼ੇ। ਦੋਸਤੋ, ਆ ਸਾਡਾ ਚੈਨਲ ਹੈ ਜਿਹੜਾ ਦੀ ਖਾਲਸਾ ਟੂਡੇ, ਇਹਨੂੰ ਸਬਸਕ੍ਰਾਈਬ ਕਰ ਲਓ ਔਰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਾ ਥੋੜ੍ਹਾ ਜਿਹਾ ਭਾਂਡਾ ਹੋਰ ਫੋਲਦੇ ਹੈਗੇ ਆ। ਇਹਨਾਂ ਦੀ ਜਿਹੜੀ ਔਕਾਤ ਹੈ ਉਹ ਪਬਲਿਕ ਦੇ ਵਿੱਚ ਲੈ ਕੇ ਆ ਰਹੇ ਹੈਗੇ ਆ। ਕਿਉਂਕਿ ਜਦੋਂ ਆਪਾਂ ਕਹਿੰਦੇ ਆ ਵੀ ਇਟ ਇਜ਼ ਨਾਟ ਦ ਐਕਟੀਵਿਟੀ ਆਫ ਦ ਰੈਸਕਲਸ ਬਟ ਇਨਐਕਟੀਵਿਟੀ ਆਫ ਦ ਗੁੱਡ ਪੀਪਲ ਵਿਚ ਕੈਨ ਡਿਸਟਰੋਏ ਦ ਸੋਸਾਇਟੀ। ਇਹਨਾਂ ਨੂੰ ਪਤਾ ਵੀ ਸਾਨੂੰ ਕਿਸੇ ਨੇ ਕੀ ਬੋਲਣਾ ਹੈਗਾ, ਸਾਡੇ ਤੋਂ ਸ਼ਾਇਦ ਡਰਦੇ ਹੈਗੇ ਨੇ। ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਜਿਹੜੇ ਚੁੱਪ ਬੈਠੇ ਹੈਗੇ ਨੇ ਉਹ ਕਿਉਂ ਚੁੱਪ ਬੈਠੇ ਹੈਗੇ ਨੇ। ਇੱਥੇ ਕੋਈ ਕਿਸੇ ਤੋਂ ਡਰਦਾ ਨਹੀਂ ਹੁੰਦਾ ਹੈਗਾ, ਔਰ ਡਰਨ ਦੀ ਕਿਸੇ ਨੂੰ ਜ਼ਰੂਰਤ ਨਹੀਂ ਹੁੰਦੀ, ਔਰ ਕਾਕਾ ਡਰਾਈ ਦਾ ਵੀ ਨਹੀਂ ਹੁੰਦਾ। ਇਹ ਆਦਤਾਂ ਚੰਗੀਆਂ ਨਹੀਂ ਹੁੰਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।